ਹੈਲੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁਖਦੀਪ ਮਾਨ, ਟੌਪਰਸਮੇਟ ਆਇਲਸ ਇੰਸਟੀਚਿਊਟ ਗਿੱਦੜਬਾਹਾ ਤੋਂ। ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਟੈਂਸਿਸ ਨੂੰ ਆਸਾਨ ਸ਼ਬਦਾਂ 'ਚ ਸਿੱਖਿਆ ਤੇ ਸਮਝਿਆ ਜਾ ਸਕਦਾ ਹੈ। ਇਸ ਦੇ ਨਾਲ ਨਾਲ ਇੰਗਲਿਸ਼ ਦੀਆਂ ਟਰਮਸ ਕਿਵੇਂ ਯੂਜ਼ ਹੋਣਗੀਆਂ ਜੋ ਅਸੀਂ ਪਹਿਲਾਂ ਵਾਲੀ ਵੀਡੀਓ 'ਚ ਸਿੱਖੀਆਂ ਸੀ। ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੀਆਂ ਨਵੀਆਂ ਵੀਡੀਓਜ਼ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਟੈਂਸਿਸ ਵੈਸੇ ਤਾਂ ਸਕੂਲ ਦੇ ਵਿੱਚ ਅਸੀਂ ਸਭ ਨੇ ਸੁਣਿਆ ਤੇ ਸਮਝਿਆ ਵੀ ਹੈ ਕਿ ਟੈਂਸਿਸ ਆਖਿਰ ਕੀ ਹੈ ਤੇ ਕਿਉਂ ਜ਼ਰੂਰੀ ਹੈ, ਪਰ ਕਦੇ ਵੀ ਧਿਆਨ ਨਾਲ ਨਹੀਂ ਸਮਝਿਆ ਤੇ ਸਿੱਖਿਆ, ਤੇ ਇਸੇ ਵਜ੍ਹਾ ਕਰਕੇ ਸਟੂਡੈਂਟਸ ਦੇ ਆਇਲਸ ਵਰਗੇ ਐਗਜ਼ਾਮਸ ਦੇ ਵਿੱਚ ਡਿਜ਼ਾਇਰਡ ਬੈਂਡ ਸਕੋਰ ਨਹੀਂ ਆ ਪਾ ਰਹੇ। ਟੈਂਸਿਸ ਵੈਸੇ ਹੈ ਕੀ? ਸਿੰਪਲ ਤੇ ਆਸਾਨ ਸ਼ਬਦਾਂ 'ਚ ਗੱਲ ਕਰਾਂ, ਟੈਂਸਿਸ ਟਾਈਮ ਹੈ। ਟਾਈਮ ਤੇ ਟਾਈਮ ਦੇ ਰੂਲ ਨੂੰ ਜੇ ਅਸੀਂ ਇੱਕ ਵਾਰੀ ਪ੍ਰੋਪਰਲੀ ਅੰਡਰਸਟੈਂਡ ਕਰ ਲਿਆ ਤਾਂ ਆਪਣੀ ਲੈਂਗੁਏਜ 'ਚੋਂ ਇੰਗਲਿਸ਼ 'ਚ ਤੇ ਇੰਗਲਿਸ਼ 'ਚੋਂ ਆਪਣੀ ਲੈਂਗੁਏਜ 'ਚ ਆਸਾਨੀ ਨਾਲ ਸੈਂਟੈਂਸ ਬਣਾ ਸਕਦੇ ਹਾਂ। ਸੋ ਟੈਂਸਿਸ ਦੇ ਟਾਈਮ ਕਿਵੇਂ ਹੈ, ਆਓ ਐਗਜ਼ਾਮਪਲ 'ਚ ਸਮਝਦੇ ਹਾਂ ਆਸਾਨ ਜਿਹੇ ਤਰੀਕੇ ਨਾਲ। ਐਗਜ਼ਾਮਪਲ 'ਚ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਕ ਵਿਅਕਤੀ ਫੁੱਟਬਾਲ ਖੇਡ ਰਿਹਾ ਜਿਹਦਾ ਨਾਮ ਹੈ ਜੈਕ। ਜੈਕ ਫੁੱਟਬਾਲ ਖੇਡਣ ਦੀ ਕਿਰਿਆ ਕਦੋਂ ਕਰ ਰਿਹਾ? ਟੈਂਸ ਦੇ ਵਿੱਚ ਕਿਹਾ ਸੀ ਨਾ ਕਿ ਟਾਈਮਿੰਗ ਹੈ ਟੈਂਸ, ਜਾਂ ਤਾਂ ਇਹਨੂੰ ਟਾਈਮ ਕਹਿ ਲਓ ਜਾਂ ਟੈਂਸ ਕਹਿ ਲਓ, ਗੱਲ ਇੱਕੋ ਹੀ ਹੈ। ਟਾਈਮ ਨੂੰ ਦੇਖਣ ਲਈ ਹਮੇਸ਼ਾ ਹੀ ਅਸੀਂ ਆਪਣੀ ਲੈਂਗੁਏਜ ਦੇ ਲਾਸਟ ਵਾਲੇ ਵਰਡ ਨੂੰ ਦਿਮਾਗ 'ਚ ਰੱਖਣਾ ਹੈ, ਕਿਉਂਕਿ ਲਾਸਟ ਵਾਲੇ ਵਰਡਸ ਨੇ ਹੀ ਸਾਨੂੰ ਟਾਈਮਿੰਗ ਦੱਸਣੀ ਹੈ ਕਿ ਜਿਹੜੀ ਕਿਰਿਆ ਹੋਈ ਹੈ ਉਹ ਕਦੋਂ ਹੋਈ ਹੈ। ਹੁਣ ਅੱਗੇ ਵਾਲਾ ਸੈਂਟੈਂਸ ਤਾਂ ਤੁਸੀਂ ਦੇਖ ਲਓ, ਤਿੰਨਾਂ ਦੇ ਵਿੱਚ ਸੇਮ ਹੀ ਹੈ। ਜੈਕ ਫੁੱਟਬਾਲ ਖੇਡ ਰਿਹਾ, ਜੈਕ ਫੁੱਟਬਾਲ ਖੇਡ ਰਿਹਾ, ਜੈਕ ਫੁੱਟਬਾਲ ਖੇਡ ਰਿਹਾ, ਪਰ ਲਾਸਟ ਵਾਲੇ ਜਿਹੜੇ ਤਿੰਨ ਵਰਡ ਹੈ ਇਹਨਾਂ ਦੇ ਵਿੱਚ ਚੇਂਜਸ ਹੈਗੇ ਆ, ਜੋ ਹਲਕੇ ਫੁਲਕੇ ਚੇਂਜਸ ਨਾਲ ਸਾਡੇ ਟਾਈਮਿੰਗ ਦੇ ਵਿੱਚ ਚੇਂਜਸ ਆਉਂਦੇ ਆ। ਪਹਿਲੀ ਲਾਈਨ ਜੇ ਦੁਬਾਰਾ ਪੜ੍ਹੀਏ, ਜੈਕ ਫੁੱਟਬਾਲ ਖੇਡ ਰਿਹਾ ਹੈ, ਮਤਲਬ ਕਿ ਹੁਣ ਵਾਲੇ ਟਾਈਮ ਦੇ ਵਿੱਚ ਫੁੱਟਬਾਲ ਖੇਡ ਰਿਹਾ। ਤੇ ਜੇ ਦੂਸਰੀ ਲਾਈਨ ਪੜ੍ਹੀਏ, ਜੈਕ ਫੁੱਟਬਾਲ ਖੇਡ ਰਿਹਾ ਸੀ, ਇਹ ਪਹਿਲਾਂ ਖੇਡ ਰਿਹਾ ਸੀਗਾ। ਤੇ ਜੈਕ ਫੁੱਟਬਾਲ ਖੇਡ ਰਿਹਾ ਹੋਵੇਗਾ, ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਖੇਡੂਗਾ। ਟਾਈਮ ਸੀਕੁਐਂਸ ਵਾਈਜ਼ ਚੱਲਦਾ ਹੈ, ਇੱਕ ਪਹਿਲਾਂ, ਇੱਕ ਹੁਣ ਹੈ ਤੇ ਇੱਕ ਬਾਅਦ 'ਚ ਆਉਣ ਵਾਲਾ ਟਾਈਮ ਹੈ। ਇਸ ਤਰੀਕੇ ਨਾਲ ਅਸੀਂ ਇਹ ਸਮਝ ਸਕਦੇ ਹਾਂ ਕਿ ਟਾਈਮ ਨੂੰ ਤਿੰਨ ਪਾਰਟਸ ਵਿੱਚ ਵੰਡ ਦਿੱਤਾ ਗਿਆ। ਇੱਕ ਤਾਂ ਵਰਤਮਾਨ, ਜਿਹੜਾ ਅਸੀਂ ਪੰਜਾਬੀ 'ਚ ਵਰਤਮਾਨ ਕਹਿੰਦੇ ਹਾਂ ਤੇ ਇੰਗਲਿਸ਼ 'ਚ ਉਹਨੂੰ ਪ੍ਰੈਜ਼ੈਂਟ ਕਹਿ ਦਿੰਦੇ ਆ। ਫਿਰ ਪਾਸਟ, ਜਿਹਨੂੰ ਪੰਜਾਬੀ 'ਚ ਭੂਤਕਾਲ ਕਹਿੰਦੇ ਆ। ਫਿਰ ਫਿਊਚਰ, ਜਿਹਨੂੰ ਭਵਿੱਖ ਕਾਲ ਕਹਿੰਦੇ ਆ। ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ, ਇਹਨਾਂ ਨੂੰ ਅੱਗੇ ਵੀ 4-4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ, ਪਰ ਆਪਾਂ ਹੁਣ ਇਹਨਾਂ ਸਾਰੇ 4-4 ਪਾਰਟਸ ਦੇ ਬਾਰੇ ਡਿਸਕਸ ਨਹੀਂ ਕਰਾਂਗੇ। ਆਪਾਂ ਪਹਿਲਾਂ ਪ੍ਰੈਜ਼ੈਂਟ 'ਤੇ ਡਿਸਕਸ ਕਰਾਂਗੇ ਤੇ ਪ੍ਰੈਜ਼ੈਂਟ ਦੇ ਚਾਰਾਂ ਦੇ ਵਿੱਚੋਂ ਇੱਕ ਪਾਰਟ 'ਤੇ ਡਿਸਕਸ ਕਰਾਂਗੇ। ਉਹ ਕਿਹੜਾ ਪਾਰਟ ਹੈ? ਪ੍ਰੈਜ਼ੈਂਟ ਸਿੰਪਲ ਜਾਂ ਇੰਡੈਫੀਨਿਟ। ਇਹਨੂੰ ਚਾਹੇ ਤੁਸੀਂ ਸਿੰਪਲ ਕਹਿ ਲਓ, ਚਾਹੇ ਪ੍ਰੈਜ਼ੈਂਟ ਇੰਡੈਫੀਨਿਟ ਕਹਿ ਲਓ, ਇੱਕੋ ਹੀ ਗੱਲ ਹੈ, ਦੋਵੇਂ ਸੇਮ ਨਾਮ ਹੈ। ਇਹਦੀ ਪਹਿਚਾਣ ਕੀ ਹੈ? ਪਹਿਲੀ ਮੇਨ ਸਿੱਖਣ ਵਾਲੀ ਗੱਲ ਰੂਲ ਨਹੀਂ ਗੀ, ਪਹਿਲਾਂ ਪਹਿਚਾਣ ਸਿੱਖਣੀ ਜ਼ਰੂਰੀ ਹੈ, ਕਿਉਂਕਿ ਜੇ ਸਾਨੂੰ ਪਹਿਚਾਣ ਆ ਪਾਊਗੀ ਆਪਦੀ ਲੈਂਗੁਏਜ ਦੇ ਵਿੱਚ ਤਾਂ ਹੀ ਅਸੀਂ ਸਮਝ ਪਾਵਾਂਗੇ ਨਾ ਵੀ ਇਹ ਪ੍ਰੈਜ਼ੈਂਟ ਸਿੰਪਲ ਟੈਂਸ ਹੈ। ਅਦਰਵਾਈਜ਼ ਸਾਨੂੰ ਕੀ ਪਤਾ ਲੱਗੂਗਾ ਕਿ ਕਦੋਂ ਕਿਹੜਾ ਰੂਲ ਅਪਲਾਈ ਕਰਨਾ ਹੈ, ਤੇ ਫਿਰ ਸਾਡੀ ਲਾਈਨ ਤੋਂ ਇੰਗਲਿਸ਼ ਤੇ ਇੰਗਲਿਸ਼ ਦੀ ਲਾਈਨ ਤੋਂ ਪੰਜਾਬੀ ਬਣ ਪਾਊਗੀ। ਸੋ ਇਹਦਾ ਇੱਕ ਸਿੰਪਲ ਜਿਹਾ ਫਾਰਮੈਟ ਹੈ ਪਹਿਚਾਣ ਕਰਨ ਦਾ। ਸਟਾਰਟਿੰਗ ਦੇ ਵਿੱਚੋਂ ਲਾਈਨ ਚਾਹੇ ਕੁਛ ਵੀ ਲਿਖਿਆ ਹੋਵੇ, ਐਂਡ ਵਾਲੇ ਵਰਡ ਤੋਂ ਸਾਨੂੰ ਪਤਾ ਲੱਗੂਗਾ ਕਿ ਪ੍ਰੈਜ਼ੈਂਟ ਦਾ ਸਿੰਪਲ ਟੈਂਸ ਹੈ ਜਾਂ ਕੰਟੀਨਿਊ ਹੈ ਜਾਂ ਕੋਈ ਹੋਰ ਟੈਂਸ ਹੈ। ਸਿੰਪਲ ਟੈਂਸ ਦੇ ਵਿੱਚ ਕੀ ਹੁੰਦਾ ਹੈਗਾ, ਪ੍ਰੈਜ਼ੈਂਟ ਦੇ ਸਿੰਪਲ ਦੇ ਵਿੱਚ ਐਂਡ 'ਤੇ ਸਾਨੂੰ ਦਾ ਹੈ, ਦੀ ਹੈ, ਦੇ ਹਨ, ਦਾ ਹਾਂ, ਦੀ ਹਾਂ, ਮਤਲਬ ਕਿ ਹੈ, ਹਾਂ ਤੇ ਹਨ ਤਾਂ ਮਿਲਣਾ ਹੀ ਮਿਲਣਾ ਹੈ। ਇਸ ਦੇ ਨਾਲ ਸਾਨੂੰ ਦੀ, ਦੇ, ਦਾ ਇੱਦਾਂ ਦੇ ਸਾਊਂਡ ਸਾਨੂੰ ਮਿਲਣਗੇ। ਮੈਂ ਪਾਣੀ ਪੀਂਦਾ ਹਾਂ, ਮੈਂ ਖਾਣਾ ਖਾਂਦਾ ਹਾਂ, ਮੈਂ ਨਹਾਉਂਦਾ ਹਾਂ,
मैं वीडियो रिकॉर्ड करदा हाँ, मैं लिखदा हाँ। इस तरीके ਦੇ ਕੋਈ ਵੀ ਸਾਨੂੰ ਸੈਂਟੈਂਸ ਮਿਲਦੇ ਆ ਜਿਨ੍ਹਾਂ ਦੇ ਐਂਡ ਦੇ ਪਿੱਛੇ ਦਾ ਹੈ, ਦੀ ਹੈ, ਦੇ ਹਨ ਦੇ ਸਾਊਂਡ ਆਉਂਦੇ ਆ, ਉਹ ਪ੍ਰੈਜ਼ੈਂਟ ਸਿੰਪਲ ਟੈਂਸ ਹੈ। ਜਦੋਂ ਹੀ ਸਾਨੂੰ ਇਹਦੀ ਪਹਿਚਾਣ ਕਲੀਅਰ ਹੋ ਗਈ, ਉਸ ਤੋਂ ਨੈਕਸਟ ਪੁਆਇੰਟ ਹੈ ਰੂਲ ਨੂੰ ਸਿੱਖਣ ਦਾ। ਤੇ ਜਦੋਂ ਅਸੀਂ ਰੂਲ ਨੂੰ ਸਿੱਖ ਲਿਆ, ਉਹਨੂੰ ਅਪਲਾਈ ਕਰਕੇ ਲਾਈਨ ਬਣਾਉਣੀ ਹੈ। ਹਰ ਇੱਕ ਸੈਂਟੈਂਸ ਦੇ 4 ਰੂਲ ਹੁੰਦੇ ਹੈਗੇ, ਪੋਜ਼ਿਟਿਵ, ਨੈਗੇਟਿਵ, ਇੰਟਰੋਗੇਟਿਵ ਤੇ ਇੰਟਰੋਗੇਟਿਵ ਨੈਗੇਟਿਵ। ਆਪਾਂ ਪਹਿਲਾਂ ਪੋਜ਼ਿਟਿਵ ਦੀ ਗੱਲ ਕਰਾਂਗੇ। ਇੱਥੇ ਪੋਜ਼ਿਟਿਵ ਦਾ ਰੂਲ ਕੀ ਹੁੰਦਾ ਹੈਗਾ ਜਾਂ ਪੋਜ਼ਿਟਿਵ ਕੀ ਹੁੰਦਾ? ਜਦੋਂ ਵੀ ਅਸੀਂ ਗੱਲ ਦੇ ਵਿੱਚ ਕੋਈ ਵੀ ਨਾ ਨਹੀਂ ਕਰਦੇ ਜਾਂ ਕੋਈ ਵੀ ਕੁਐਸਚਨ ਨਹੀਂ ਪੁੱਟ ਕਰਦੇ, ਉਹਨੂੰ ਪੋਜ਼ਿਟਿਵ ਸੈਂਟੈਂਸ ਕਹਿੰਦੇ ਹੈਗੇ। ਜਿਵੇਂ ਕਿ ਇੱਥੇ ਐਗਜ਼ਾਮਪਲ 'ਚ ਲਿਖਿਆ ਪਿਆ ਹੈਗਾ, ਮੈਂ ਫੁੱਟਬਾਲ ਖੇਡਦਾ ਹਾਂ। ਇੱਥੇ ਅਸੀਂ ਕਿਸੇ ਪ੍ਰਕਾਰ ਦੀ ਕੋਈ ਨਾ ਨਹੀਂ ਕੀਤੀ। ਅਸੀਂ ਇਸ ਤਰੀਕੇ ਨਾਲ ਨਹੀਂ ਕਿਹਾ ਕਿ ਮੈਂ ਫੁੱਟਬਾਲ ਨਹੀਂ ਖੇਡਦਾ ਹਾਂ। ਅਸੀਂ ਪੋਜ਼ਿਟਿਵ ਤਰੀਕੇ ਨਾਲ ਕਿਹਾ ਕਿ ਮੈਂ ਫੁੱਟਬਾਲ ਖੇਡਦਾ ਹਾਂ। ਜਦੋਂ ਵੀ ਅਸੀਂ ਪੋਜ਼ਿਟਿਵ ਦੇ ਵਿੱਚ ਕੋਈ ਲਾਈਨ ਬਣਾਉਣੀ ਹੈ, ਸਾਡੇ ਮਾਈਂਡ ਦੇ ਵਿੱਚ ਕੋਈ ਪੰਜਾਬੀ ਦੇ ਵਿੱਚ ਲਾਈਨ ਹੈ ਕਿ ਮੈਂ ਫੁੱਟਬਾਲ ਖੇਡਦਾ ਹਾਂ, ਜਾਂ ਕੋਈ ਵੀ ਅਜਿਹੀ ਲਾਈਨ ਜਿਹਦੇ ਐਂਡ ਤੇ ਦਾ ਹਾਂ, ਦੀ ਹਾਂ, ਦੇ ਹਨ, ਇੱਦਾਂ ਦੇ ਸਾਊਂਡ ਹੈ, ਮਤਲਬ ਸਾਨੂੰ ਪਹਿਚਾਣ ਤੋਂ ਕਲੀਅਰ ਹੋ ਗਈ ਕਿ ਇਹ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ ਤੇ ਅਸੀਂ ਇਹਦੇ ਤੋਂ ਇੰਗਲਿਸ਼ ਬਣਾਉਣੀ ਹੈ। ਤਾਂ ਕਿਵੇਂ ਬਣੂਗੀ? ਰੂਲ ਨੂੰ ਫੋਲੋ ਕਰਕੇ ਬਣੂਗੀ। ਤੇ ਰੂਲ ਕਿਹੜਾ ਹੈ? ਸਟਾਰਟਿੰਗ ਦੇ ਵਿੱਚ ਅਸੀਂ ਸਬਜੈਕਟ ਲਾਉਣਾ, ਜਿਹੜਾ ਕਿਰਿਆ ਕਰਨ ਵਾਲਾ। ਉਸ ਤੋਂ ਬਾਅਦ ਕਿਰਿਆ ਭਾਵ ਕਿ ਵਰਬ ਦੀ ਫਸਟ ਫਾਰਮ ਲਾਉਣੀ ਹੈ। ਫਿਰ ਐਸ ਮੈਂ ਬ੍ਰੈਕਟ 'ਚ ਇਸ ਕਰਕੇ ਲਿਖਿਆ ਕਿ ਇਹਦੀ ਹਜੇ ਯੂਜ਼ਿੰਗ ਨਹੀਂ ਹੋਣੀਗੀ। ਕਦੋਂ ਹੋਊਗੀ? ਜਦੋਂ ਯੂਜ਼ਿੰਗ ਹੋਊਗੀ। ਮੈਂ ਲਾਸਟ ਵਾਲੀਆਂ ਐਗਜ਼ਾਮਪਲਸ ਦੇ ਵਿੱਚ ਇਹਦੀ ਯੂਜ਼ਿੰਗ ਕੀਤੀ ਹੈ। ਜਦੋਂ ਇਹਨਾਂ ਦੀ ਯੂਜ਼ਿੰਗ ਹੋਊਗੀ, ਉਦੋਂ ਹੀ ਆਪਾਂ ਇਹਦੇ ਬਾਰੇ ਸਮਝਾਂਗੇ। ਉਦੋਂ ਤੱਕ ਆਪਾਂ ਸਿਰਫ ਸਬਜੈਕਟ, ਵਰਬ ਦੀ ਫਸਟ ਫਾਰਮ ਤੇ ਓਬਜੈਕਟ ਤੇ ਹੀ ਕੰਮ ਕਰਨਾ ਹੈ। ਰੂਲ ਹੈ ਸਬਜੈਕਟ, ਵਰਬ ਦੀ ਫਸਟ ਫਾਰਮ ਤੇ ਓਬਜੈਕਟ। ਇਹ ਪਹਿਲਾਂ ਵਾਲੀ ਵੀਡੀਓ 'ਚ ਵੀ ਦੱਸਿਆ ਸੀ ਕਿ ਸਬਜੈਕਟ ਕਿਰਿਆ ਕਰਨ ਵਾਲਾ ਹੈ, ਵਰਬ ਕਿਰਿਆ ਤੇ ਓਬਜੈਕਟ ਜਿਸ ਤੇ ਕਿਰਿਆ ਹੁੰਦੀ ਹੈ ਜਾਂ ਜਿਸ ਦੇ ਨਾਲ ਕਿਰਿਆ ਹੁੰਦੀ ਹੈ। ਹੁਣ ਇੱਥੇ ਪਹਿਲੀ ਐਗਜ਼ਾਮਪਲ ਦੇ ਵਿੱਚ ਕਿਰਿਆ ਕਰਨ ਵਾਲਾ ਕੌਣ ਹੈ? ਮੈਂ। ਤੇ ਓਬਜੈਕਟ ਕੀ ਹੈ? ਫੁੱਟਬਾਲ। ਤੇ ਖੇਡ ਦਾ ਕੀ ਹੈ? ਕਿਰਿਆ। ਹੁਣ ਆਪਾਂ ਰੂਲ ਦੇ ਅਕੋਰਡਿੰਗ ਪਹਿਲਾਂ ਸਬਜੈਕਟ ਵਿਖਾਉਣਾ, ਫਿਰ ਵਰਬ ਦੀ ਫਸਟ ਫਾਰਮ, ਫਿਰ ਓਬਜੈਕਟ। ਤਾਂ ਆਪਾਂ ਲਾਈਨ ਕਿਵੇਂ ਬਣਾ ਪਾਵਾਂਗੇ? ਆਈ ਪਲੇ ਫੁੱਟਬਾਲ। ਅਗਲੀ ਲਾਈਨ ਵੱਲ ਵਧੀਏ ਤਾਂ ਅਗਲੀ ਲਾਈਨ 'ਚ ਲਿਖਿਆ, ਅਸੀਂ ਵੀਡੀਓ ਰਿਕਾਰਡ ਕਰਦੇ ਹਾਂ। ਦੇ ਹਾਂ ਆਇਆ, ਇਸ ਕਰਕੇ ਸਾਨੂੰ ਇਹ ਪਤਾ ਲੱਗ ਗਿਆ ਕਿ ਇਹ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ। ਤੇ ਅਸੀਂ ਵੀਡੀਓ ਰਿਕਾਰਡ ਕਰਦੇ ਹਾਂ ਪੂਰੀ ਲਾਈਨ ਹੈ। ਅਸੀਂ ਸਬਜੈਕਟ ਹੈ, ਫਿਰ ਰਿਕਾਰਡ ਵਰਬ ਹੈ ਤੇ ਵੀਡੀਓ ਓਬਜੈਕਟ ਹੈ। ਹੁਣ ਆਪਾਂ ਪਹਿਲਾਂ ਸਬਜੈਕਟ ਵਿਖਾਉਣਾ ਹੈ, ਫਿਰ ਵਰਬ ਦੀ ਫਸਟ ਫਾਰਮ ਵਿਖਾਉਣੀ ਹੈ, ਫਿਰ ਓਬਜੈਕਟ। ਫਿਰ ਸਾਡੀ ਇੰਗਲਿਸ਼ ਦੇ ਵਿੱਚ ਲਾਈਨ ਕੰਪਲੀਟ ਹੋ ਜੂਗੀ। ਵੀ ਰਿਕਾਰਡ ਵੀਡੀਓਜ਼। ਅਸੀਂ ਰੂਲ ਦੇ ਅਕੋਰਡਿੰਗ ਹੀ ਚੱਲਣਾ ਹੈ, ਰੂਲ ਤੋਂ ਬਾਹਰ ਨਹੀਂ ਹੋਣਾ। ਅਗਲੀ ਲਾਈਨ, ਮੈਂ ਇੱਕ ਚਿੱਠੀ ਲਿਖਦਾ ਹਾਂ। ਦਾ ਹਾਂ ਆਇਆ, ਇਸ ਕਰਕੇ ਸਾਨੂੰ ਇਹ ਕਲੀਅਰ ਹੋ ਗਿਆ ਕਿ ਪ੍ਰੈਜ਼ੈਂਟ ਇੰਡੈਫੀਨਿਟ ਹੈ। ਤੇ ਆਈ ਰਾਈਟ ਅ ਲੈਟਰ। ਹੁਣ ਇੱਥੇ ਕੁਝ ਸਟੂਡੈਂਟ ਇਹ ਸੋਚ ਰਹੇ ਹੋਣਗੇ ਇਹਦੇ 'ਚ ਏ ਯੂਜ਼ ਹੋਇਆਗਾ, ਜਿਹਨੂੰ ਅ ਬੋਲ ਦਿੰਦੇ ਆ। ਇਹ ਆਰਟੀਕਲ ਹੈ। ਆਪਾਂ ਹੁਣੇ ਆਰਟੀਕਲ ਨਹੀਂ ਸਿੱਖਣੇ। ਸਟਾਰਟਿੰਗ ਦੇ ਵਿੱਚ ਆਪਾਂ ਸਿਰਫ ਸਬਜੈਕਟ, ਓਬਜੈਕਟ ਤੇ ਵਰਬ ਤੇ ਵਰਕ ਕਰ ਰਹੇ ਹੈਗੇ। ਆਰਟੀਕਲ ਆਪਾਂ ਅਗਲੀ ਕਿਸੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਆਰਟੀਕਲ ਕੀ ਹੈ, ਇਹਨਾਂ ਦੀ ਯੂਜ਼ਿੰਗ ਕਿਵੇਂ ਹੁੰਦੀ ਹੈ। ਕਿਉਂਕਿ ਜਿਵੇਂ ਇੱਕ ਨਵਾਂ ਬੱਚਾ ਪਹਿਲਾਂ ਰੁੜਨਾ ਸਿੱਖਦਾ ਹੈਗਾ, ਫਿਰ ਉਹ ਉਂਗਲੀ ਫੜ ਕੇ ਤੁਰਨਾ ਸਿੱਖਦਾ, ਫਿਰ ਹੌਲੀ ਹੌਲੀ ਉਹ ਖੁਦ ਤੁਰਦਾ ਤੇ ਲਾਸਟ ਦੇ ਵਿੱਚ ਉਹ ਇੱਕ ਦਿਨ ਭੱਜਣ ਵੀ ਲੱਗ ਜਾਂਦਾ। ਉਸੇ ਤਰੀਕੇ ਨਾਲ ਆਪਾਂ ਇੱਕੇ ਵਾਰੀ ਇੰਗਲਿਸ਼ ਦੇ ਵਿੱਚ ਸਾਰਾ ਕੁਝ ਨਹੀਂ ਸਿੱਖ ਸਕਦੇ। ਸਟਾਰਟਿੰਗ ਦੇ ਵਿੱਚ ਆਪਾਂ ਮੇਨ ਟਰਮਸ ਦੇ ਉੱਪਰ ਵਰਕ ਕਰੀ ਜਾਂਦੇ ਹਾਂ, ਜੋ ਹੈ ਸਬਜੈਕਟ, ਓਬਜੈਕਟ, ਵਰਬ ਤੇ ਇਸ ਦੇ ਨਾਲ ਅੱਗੇ ਜਾ ਕੇ ਹੈਲਪਿੰਗ ਵਰਬ ਵੀ ਐਡ ਹੋ ਜੂ। ਪਹਿਲਾਂ ਆਪਾਂ ਇਹਨਾਂ ਚਾਰਾਂ ਟਰਮਸ ਦੇ ਉੱਪਰ ਹੀ ਵਰਕ ਕਰਾਂਗੇ, ਫਿਰ ਆਰਟੀਕਲ, ਪ੍ਰੈਪੋਜੀਸ਼ਨ, ਐਡਵਰਬ, ਐਡਜੈਕਟਿਵ ਉਹਨਾਂ ਤੇ ਵੀ ਵਰਕ ਕਰਾਂਗੇ। ਅਗਲੀ ਲਾਈਨ ਵੱਲ ਵਧਦੇ ਹਾਂ। ਉਹ ਇੱਕ ਗੀਤ ਗਾਉਂਦਾ ਹੈ। ਉਹ ਕੌਣ ਹੁੰਦਾ ਹੈ? ਜਦੋਂ ਆਪਾਂ ਤੀਸਰੇ ਬੰਦੇ ਦੀ ਕੋਈ ਗੱਲ ਕਰਦੇ ਹਾਂ, ਉਦੋਂ ਉਹ ਵਰਡ ਯੂਜ਼ ਕਰਦੇ ਹਾਂ। ਮੁੰਡੇ ਲਈ ਅਸੀਂ ਹੀ,
ਤੇ ਲੜਕੀ ਲਈ ਅਸੀਂ she word यूज़ करते हैं। ਹੁਣ ਇੱਥੇ ਆਪਾਂ ਇੱਕ ਲੜਕੇ ਦੀ ਗੱਲ ਕਰ ਰਹੇ ਹਾਂ, ਇਸ ਕਰਕੇ he यूज़ ਕਰਾਂਗੇ। he ਇੱਕ ਸਬਜੈਕਟ ਹੈ, ਉਸ ਤੋਂ ਬਾਅਦ ਆਪਾਂ ਇੱਕ ਵਰਬ ਵਿਖਾਉਣੀ ਹੈ, ਫਿਰ ਓਬਜੈਕਟ। ਹੁਣ ਇੱਥੇ ਲਿਖਿਆ he sings a song। sing ਐਕਚੁਅਲੀ ਇੱਕ ਵਰਬ ਹੈ ਤੇ ਇਸ ਦੇ ਨਾਲ s ਵੀ ਐਡ ਕੀਤੀ ਗਈ ਹੈ। ਹੁਣ ਇੱਥੇ ਆਪਾਂ ਗੱਲ ਕਰਾਂਗੇ ਕਿ ਅਸੀਂ ਰੂਲ ਦੇ ਵਿੱਚ s ਜਾਂ es ਕਿਉਂ ਲਿਖਿਆ ਬ੍ਰੈਕਟ ਦੇ ਵਿੱਚ। ਰੂਲ ਨੂੰ ਅਗਰ ਤੁਸੀਂ ਧਿਆਨ ਨਾਲ ਦੇਖੋ, ਵਰਬ ਦੀ ਫਸਟ ਫਾਰਮ ਤੋਂ ਬਾਅਦ ses ਲਿਖਿਆ ਸੀ, ਇਹ ਕਿਉਂ ਹੈ? ਜਦੋਂ ਵੀ ਦੋ ਪਰਸਨ ਆਪਸ ਦੇ ਵਿੱਚ ਗੱਲ ਕਰਨ ਤਾਂ ਕਿਸੇ ਤੀਸਰੇ ਬੰਦੇ ਦੀ ਗੱਲ ਕਰਨ। ਹੁਣ ਤੀਸਰਾ ਬੰਦਾ ਕੌਣ ਹੈ? ਜਿਵੇਂ ਇੱਕ ਤਾਂ ਗੱਲ ਕਰਨ ਵਾਲਾ, ਦੂਸਰਾ ਸੁਣਨ ਵਾਲਾ ਤੇ ਤੀਸਰੇ ਕਿਸੇ ਹੋਰ ਬੰਦੇ ਦੀ ਗੱਲ ਕਰ ਰਹੇ ਆ, ਜਾਂ ਕਿਸੇ ਹੋਰ ਨਿਰਜੀਵ ਚੀਜ਼ ਦੀ ਵੀ ਗੱਲ ਕਰ ਰਹੇ ਆ, ਜਾਂ ਕਿਸੇ ਵੀ ਨਿਰਜੀਵ ਚੀਜ਼ ਦੀ ਜਾਂ ਜੀਵ ਚੀਜ਼ ਦੀ ਗੱਲ ਕਰਦੇ ਆ, ਉਹ ਕੱਲੀ ਹੋਵੇ। ਜੇ ਕੱਲੀ ਵਸਤੂ ਜਾਂ ਕੱਲਾ ਇਨਸਾਨ ਹੈ ਤਾਂ ਉਹ ਥਰਡ ਪਰਸਨ ਹੈ। ਜਦੋਂ ਵੀ ਅਸੀਂ ਤੀਜੇ ਦੀ ਗੱਲ ਕਰਦੇ ਹਾਂ ਉਦੋਂ ਅਸੀਂ ਵਰਬ ਦੇ ਨਾਲ ses ਵੀ ਲਾਉਣੇ ਆ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ। ਜੇ ਤੁਹਾਨੂੰ ਥਰਡ ਪਰਸਨ ਨਹੀਂ ਯਾਦ ਰਹਿੰਦਾ ਵੀ ਥਰਡ ਪਰਸਨ ਕੌਣ ਹੈ, ਅਸੀਂ ਕਿਵੇਂ ਪਹਿਚਾਣੀਏ ਉਹ ਥਰਡ ਹੈ ਵੀ ਕਿ ਨਹੀਂ, ਤਾਂ ਇਹਦਾ ਸਿੰਪਲ ਫਾਰਮੈਟ ਹੈ ਸਬਜੈਕਟ ਦੇ ਵਿੱਚ ਜਦੋਂ ਵੀ ਤੁਹਾਨੂੰ ਕਿਤੇ he she it ਐਂਡ ਨੇਮ ਯੂਜ਼ ਹੁੰਦਾ ਦਿਖਾਈ ਦਿੰਦਾ, ਉਦੋਂ ਵਰਬ ਦੇ ਨਾਲ ses ਲਾਉਣੀ ਹੈ, ਕਿਉਂਕਿ ਇਹ ਸਬਜੈਕਟ ਸਾਰੇ ਥਰਡ ਪਰਸਨ ਲਈ ਹੀ ਯੂਜ਼ ਹੁੰਦੇ ਆ। ਸੋ ਜਦੋਂ ਵੀ he she it ਤੇ ਨੇਮ ਐਜ਼ ਅ ਸਬਜੈਕਟ ਹੁੰਦਾ ਉਦੋਂ ਅਸੀਂ ਵਰਬ ਦੇ ਨਾਲ s ਜਾਂ es ਲਾਉਣੇ ਆ। ਹੁਣ ਮੇਨ ਸਿੱਖਣ ਵਾਲੀ ਇੱਕ ਗੱਲ ਹੋਰ ਹੈ ਕਿ s ਜਾਂ es ਦੋਵਾਂ ਦੇ ਵਿੱਚੋਂ ਕਿਹੜਾ ਲਾਈਏ। ਸੋ ਆਪਾਂ ਇਹਦੇ ਤੇ ਵੀ ਗੱਲ ਕਰਦੇ ਹਾਂ, s ਜਾਂ es। ਦੇਖੋ ਇਹ ਤਾਂ ਪਤਾ ਲੱਗ ਹੀ ਗਿਆ ਕਿ he she it ਤੇ ਨੇਮ ਜਦੋਂ ਵੀ ਐਜ਼ ਅ ਸਬਜੈਕਟ ਹੁੰਦਾ ਉਦੋਂ ਅਸੀਂ s ਜਾਂ es ਯੂਜ਼ ਕਰਨਾ। es ਉਦੋਂ ਯੂਜ਼ ਕਰਨਾ ਜਦੋਂ ਵਰਬ ਦੇ ਐਂਡ ਵਾਲੇ ਸਪੈਲਿੰਗ ch sh xh a i o ਐਂਡ u ਹੋਵੇ, ਉਦੋਂ ਅਸੀਂ ਵਰਬ ਦੇ ਨਾਲ es ਲਾਉਣਾ, ਅਦਰਵਾਈਜ਼ s ਲਾਉਣਾ। ਹੁਣ ch ਕਿਵੇਂ? ਜਿਵੇਂ ਵਾਚ, ਤੇ ਜਦੋਂ ਵੀ ਵਾਚ ਵਰਬ ਹੈ ਉਹਦੇ ਨਾਲ es ਲਾਉਣਾ। ਜਦੋਂ sh ਵਾਲੀ ਕੋਈ ਵੀ ਹੋਵੇ ਤਾਂ ਜਿਵੇਂ ਵਾਸ਼, ਤਾਂ ਇਹਦੇ ਨਾਲ ਵੀ es। ਜੇ o ਵਾਲੀ ਵੇਖੀਏ ਤਾਂ ਗੋ, ਡੂ, ਇਹਨਾਂ ਦੇ ਨਾਲ ਵੀ ਅਸੀਂ es ਯੂਜ਼ ਕਰਾਂਗੇ। ਜਦੋਂ ਵੀ ਅਸੀਂ ਗੋ ਵਰਡ ਯੂਜ਼ ਕਰਾਂਗੇ ਐਜ਼ ਅ ਵਰਬ ਤੇ ਸਾਡੇ ਕੋਲੇ ਸਬਜੈਕਟ ਹੋਵੇ he she it ਜਾਂ ਨੇਮ, ਉਦੋਂ ਅਸੀਂ ਗੋ ਦੀ ਬਜਾਏ ਗੋਜ਼ ਯੂਜ਼ ਕਰਾਂਗੇ ਇਹਦੇ ਨਾਲ es ਲਾ ਕੇ। ਸੋ ਹੁਣ ਆਪਾਂ ਇਹ ਵੀ ਸਿੱਖ ਲਿਆ ਕਿ ses ਕਦੋਂ ਯੂਜ਼ ਹੁੰਦੀ ਹੈ ਤੇ s ਜਾਂ es ਦੋਵਾਂ ਚੋਂ ਕਿਹੜਾ ਯੂਜ਼ ਕਰਨਾ ਹੈ ਤੇ ਕਦੋਂ ਕਰਨਾ ਹੈ, ਇਸ ਬਾਰੇ ਵੀ ਗੱਲ ਕਰ ਲਈ ਹੈ। ਹੁਣ ਆਪਾਂ ਅੱਗੇ ਵਧਦੇ ਹਾਂ ਨੈਗੇਟਿਵ ਸੈਂਟੈਂਸ ਤੇ। ਜਦੋਂ ਵੀ ਅਸੀਂ ਕੋਈ ਵੀ ਸੈਂਟੈਂਸ ਨੈਗੇਟਿਵ ਦੇ ਵਿੱਚ ਬਣਾਉਣੇ ਆ, ਨੈਗੇਟਿਵ ਮਤਲਬ ਨਾਵਾਚਕ ਦੇ ਵਿੱਚ। ਪਹਿਲਾਂ ਸੀਗਾ ਮੈਂ ਫੁੱਟਬਾਲ ਖੇਡਦਾ ਹਾਂ, ਹੁਣ ਮੈਂ ਫੁੱਟਬਾਲ ਨਹੀਂ ਖੇਡਦਾ ਹਾਂ। ਸਾਰੇ ਸੈਂਟੈਂਸ ਹੁਣ ਤੁਹਾਨੂੰ ਨਹੀਂ ਵਾਲੇ ਹੀ ਦਿਖਣਗੇ ਕਿਉਂਕਿ ਆਪਾਂ ਨਹੀਂ ਦਾ ਰੂਲ ਸਿੱਖਣਾ ਕਿ ਨਹੀਂ ਦਾ ਰੂਲ ਕੀ ਹੈ ਜਦੋਂ ਵੀ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਨਹੀਂ ਵਾਲਾ ਸੈਂਟੈਂਸ ਬਣਾਉਣਾ ਹੈ। ਮੈਂ ਫੁੱਟਬਾਲ ਨਹੀਂ ਖੇਡਦਾ ਹਾਂ, ਬਾਕੀ ਸਾਰਾ ਸੈਂਟੈਂਸ ਸੇਮ ਹੀ ਰਹੂਗਾ, ਇਹਦੇ 'ਚ ਇੱਕ ਚੀਜ਼ ਐਕਸਟਰਾ ਐਡ ਹੋ ਜਾਂਦੀ ਹੈ, ਡੂ ਨਾਟ ਜਾਂ ਡਜ਼ ਨਾਟ। ਸਬਜੈਕਟ ਪਲੱਸ ਡੂ ਜਾਂ ਡਜ਼ ਪਲੱਸ ਨਾਟ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਓਬਜੈਕਟ। ਹੁਣ ਇਹ ਡੂ ਤੇ ਡਜ਼ ਕੀ ਹੈ? ਡੂ ਤਾਂ ਇੱਕ ਵਰਬ ਹੈ ਤੇ ਜਿਹੜਾ ਗ੍ਰਾਮਰ ਦਾ ਇੱਕ ਫਾਰਮੈਟ ਹੈ ਕਿ ਜਦੋਂ ਵੀ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਨੈਗੇਟਿਵ ਜਾਂ ਇੰਟਰੋਗੇਟਿਵ ਸੈਂਟੈਂਸ ਬਣਾਉਣਾ ਉਦੋਂ ਡੂ ਦੀ ਵਰਤੋਂ ਕਰੋ ਤੇ ਡੂ ਐਜ਼ ਅ ਵਰਬ ਯੂਜ਼ ਕਰੋ। ਪਹਿਲਾਂ ਡੂ ਯੂਜ਼ ਕਰੋ, ਫਿਰ ਮੇਨ ਵਰਬ ਨੂੰ ਉਸ ਤੋਂ ਬਾਅਦ ਵਿਖਾਓ। ਤੇ ਹੁਣ ਡੂ ਦੇ ਪਿੱਛੇ ਓ ਲੱਗਦੀ ਹੈ,
ਐਂਡ ਵਾਲਾ ਸਪੈਲਿੰਗ ਡੂ ਦਾ ਉਹ ਹੈ, ਤੇ ਉਹਦੇ ਕਾਰਨ ਜਦੋਂ ਸਾਡੇ ਕੋਲੇ ਸਬਜੈਕਟ ਹੀ, ਸ਼ੀ, ਇਟ ਐਂਡ ਨੇਮ ਹੋਊਗਾ, ਉਦੋਂ ਅਸੀਂ ਡੂ ਦੀ ਜਗ੍ਹਾ ਤੇ ਡਜ਼ ਯੂਜ਼ ਕਰਾਂਗੇ, ਅਦਰਵਾਈਜ਼ ਡੂ ਯੂਜ਼ ਕਰਾਂਗੇ। ਸੋ ਰੂਲ ਨੂੰ ਦੁਬਾਰਾ ਦੇਖ ਲਓ, ਸਬਜੈਕਟ ਡੂ ਨਾਟ ਜਾਂ ਡਜ਼ ਨਾਟ, ਫਿਰ ਵਰਬ ਦੀ ਫਸਟ ਫਾਰਮ ਤੇ ਫਿਰ ਓਬਜੈਕਟ। ਹੁਣ ਆਪਾਂ ਐਗਜ਼ਾਮਪਲ ਪੜ੍ਹਦੇ ਹਾਂ। ਮੈਂ ਫੁੱਟਬਾਲ ਨਹੀਂ ਖੇਡਦਾ ਹਾਂ, ਆਈ ਡੂ ਨਾਟ ਪਲੇ ਫੁੱਟਬਾਲ। ਪਹਿਲਾਂ ਕੀ ਸੀਗਾ, ਆਈ ਪਲੇ ਫੁੱਟਬਾਲ, ਹੁਣ ਵਿੱਚ ਡੂ ਨਾਟ ਐਡ ਕਰਤਾ, ਸਾਰਿਆਂ ਦੇ ਵਿੱਚ ਹੀ ਡੂ ਨਾਟ ਜਾਂ ਫਿਰ ਡਜ਼ ਨਾਟ ਐਡ ਹੁੰਦਾ ਜਾਊਗਾ। ਵੀ ਡੂ ਨਾਟ ਰਿਕਾਰਡ ਵੀਡੀਓਜ਼, ਆਈ ਡੂ ਨਾਟ ਰਾਈਟ ਅ ਲੈਟਰ, ਹੀ ਡਜ਼ ਨਾਟ ਸਿੰਗ ਅ ਸੌਂਗ, ਸ਼ੀ ਡਜ਼ ਨਾਟ ਵਾਚ ਅ ਪੰਜਾਬੀ ਮੂਵੀ। ਸ਼ੀ ਤੋਂ ਬਾਅਦ ਡਜ਼ ਯੂਜ਼ ਹੋਇਆ, ਹੀ ਤੋਂ ਬਾਅਦ ਵੀ ਡਜ਼ ਯੂਜ਼ ਹੋਇਆ, ਕਿਉਂਕਿ ਇਹ ਥਰਡ ਪਰਸਨ ਹੈ। ਇਸ ਤਰੀਕੇ ਨਾਲ ਅਸੀਂ ਨੈਗੇਟਿਵ ਸੈਂਟੈਂਸ ਬਣਾ ਸਕਦੇ ਹਾਂ। ਇਸ ਤੋਂ ਅੱਗੇ ਜੇ ਗੱਲ ਕਰੀਏ ਇੰਟੈਰੋਗੇਟਿਵ ਦੀ, ਇੰਟੈਰੋਗੇਟਿਵ ਕੀ ਹੁੰਦਾ ਹੈਗਾ, ਪ੍ਰਸ਼ਨਵਾਚਕ, ਪਰ ਇਹਦੇ ਵਿੱਚ ਵੀ ਪੋਜ਼ਿਟਿਵ ਤੇ ਨੈਗੇਟਿਵ ਸੈਂਟੈਂਸ ਹੁੰਦੇ ਆ। ਆਪਾਂ ਪਹਿਲਾਂ ਪੋਜ਼ਿਟਿਵ ਦੀ ਗੱਲ ਕਰਾਂਗੇ। ਜਦੋਂ ਵੀ ਇੰਡੈਫੀਨਿਟ ਦੇ ਵਿੱਚ, ਪ੍ਰੈਜ਼ੈਂਟ ਇੰਡੈਫੀਨਿਟ 'ਚ ਇੰਟੈਰੋਗੇਟਿਵ ਸੈਂਟੈਂਸ ਬਣਾਉਣਾ, ਡੂ ਔਰ ਡਜ਼ ਅੱਗੇ ਲਾ ਦੇਣਾ, ਬਾਕੀ ਸਾਰਾ ਰੂਲ ਸੇਮ ਹੀ ਰਹੂਗਾ। ਡੂ ਡਜ਼ ਅੱਗੇ, ਫਿਰ ਸਬਜੈਕਟ, ਫਿਰ ਵਰਬ ਦੀ ਫਸਟ ਫਾਰਮ ਅਤੇ ਲਾਸਟ ਤੇ ਓਬਜੈਕਟ। ਹੁਣ ਇਸੇ ਰੂਲ ਨੂੰ ਫੋਲੋ ਕਰਕੇ ਆਪਾਂ ਅਗਲੇ ਜੋ ਪਹਿਲਾਂ ਐਗਜ਼ਾਮਪਲ ਲਈ ਸੀ, ਉਸੇ ਐਗਜ਼ਾਮਪਲ ਨੂੰ ਦੁਬਾਰਾ ਲੈ ਕੇ ਦੇਖਾਂਗੇ ਕਿ ਜੇ ਸਿੰਪਲ ਪੋਜ਼ਿਟਿਵ ਸੈਂਟੈਂਸ ਸੀਗਾ ਤਾਂ ਕਿਵੇਂ ਸੀ, ਨੈਗੇਟਿਵ ਕਿਵੇਂ, ਤੇ ਹੁਣ ਜੇ ਉਹੀ ਲਾਈਨ ਇੰਟੈਰੋਗੇਟਿਵ ਦੇ ਵਿੱਚ ਹੋਵੇ ਤਾਂ ਉਸੇ ਲਾਈਨ ਦੇ ਵਿੱਚ ਕੀ ਚੇਂਜਸ ਰਹਿਣਗੇ। ਇਸੇ ਕਰਕੇ ਅਸੀਂ ਸੇਮ ਹੀ ਲਾਈਨ ਯੂਜ਼ ਕੀਤੀਆਂ ਗਿਆ। ਪਹਿਲਾਂ ਕੀ ਸੀਗਾ, ਆਈ ਪਲੇ ਫੁੱਟਬਾਲ, ਫਿਰ ਹੋਇਆ ਆਈ ਡੂ ਨਾਟ ਪਲੇ ਫੁੱਟਬਾਲ। ਹੁਣ ਕੀ ਹੋਇਆ, ਡੂ ਅੱਗੇ ਕਰਤਾ, ਪਰ ਨਾਟ ਨਹੀਂ ਲਾਉਣਾ ਕਿਉਂਕਿ ਨੈਗੇਟਿਵ ਹੈ ਹੀ ਨਹੀਂ। ਹੁਣ ਕੀ ਲਾਈਨ ਬਣੂਗੀ, ਡੂ ਆਈ ਪਲੇ ਫੁੱਟਬਾਲ। ਤੁਸੀਂ ਆਪਦੇ ਆਪ ਨੂੰ ਕੁਐਸਚਨ ਪੁੱਟ ਕਰਦੇ ਹੋ ਕਿ ਮੈਂ ਫੁੱਟਬਾਲ ਖੇਡਦਾ ਹਾਂ, ਡੂ ਆਈ ਪਲੇ ਫੁੱਟਬਾਲ। ਡੂ ਸਟਾਰਟਿੰਗ 'ਚ ਆ ਜਾਊਗਾ, ਫਿਰ ਸਬਜੈਕਟ, ਫਿਰ ਵਰਬ ਦੀ ਫਸਟ ਫਾਰਮ ਤੇ ਲਾਸਟ ਤੇ ਓਬਜੈਕਟ। ਇਸੇ ਤਰੀਕੇ ਨਾਲ ਅਗਲੀਆਂ ਲਾਈਨਸ, ਡੂ ਵੀ ਰਿਕਾਰਡ ਵੀਡੀਓਜ਼, ਡੂ ਆਈ ਰਾਈਟ ਅ ਲੈਟਰ। ਪਰ ਹੁਣ ਜਦੋਂ ਹੀ ਤੇ ਸ਼ੀ ਯੂਜ਼ ਹੋਊਗਾ, ਉਦੋਂ ਡੂ ਦੀ ਜਗ੍ਹਾ ਤੇ ਡਜ਼ ਯੂਜ਼ ਕਰਾਂਗੇ। ਡਜ਼ ਹੀ ਸਿੰਗ ਅ ਸੌਂਗ, ਡਜ਼ ਸ਼ੀ ਵਾਚ ਅ ਪੰਜਾਬੀ ਮੂਵੀ। ਸੋ ਇਸ ਤਰੀਕੇ ਨਾਲ ਪੋਜ਼ਿਟਿਵ ਇੰਟੈਰੋਗੇਟਿਵ ਸੈਂਟੈਂਸ ਵੀ ਬਣਾਏ ਜਾ ਸਕਦੇ ਆ, ਤੇ ਪੋਜ਼ਿਟਿਵ ਤੋਂ ਬਾਅਦ ਨੈਗੇਟਿਵ ਇੰਟੈਰੋਗੇਟਿਵ ਵੀ ਹੁੰਦੇ ਆ। ਨੈਗੇਟਿਵ ਇੰਟੈਰੋਗੇਟਿਵ ਦੇ ਵਿੱਚ ਕੀ ਹੈ, ਬਾਕੀ ਜਮਾ ਸੇਮ ਪੋਜ਼ਿਟਿਵ ਵਾਲਾ ਹੀ ਰੂਲ ਯੂਜ਼ ਹੋਊਗਾ, ਬਸ ਸਬਜੈਕਟ ਤੋਂ ਬਾਅਦ ਨਾਟ ਐਡ ਕਰ ਦੇਣਾ। ਪਹਿਲਾਂ ਸੀਗਾ ਡੂ ਡਜ਼ ਪਲੱਸ ਸਬਜੈਕਟ, ਵਰਬ ਦੀ ਫਸਟ ਫਾਰਮ ਤੇ ਓਬਜੈਕਟ। ਹੁਣ ਕੀ ਹੈ, ਡੂ ਡਜ਼ ਪਲੱਸ ਸਬਜੈਕਟ ਪਲੱਸ ਨਾਟ ਪਲੱਸ ਵਰਬ ਦੀ ਫਸਟ ਫਾਰਮ ਐਂਡ ਓਬਜੈਕਟ। ਇਹਦੀ ਪੰਜਾਬੀ 'ਚ ਲਾਈਨ ਕਿਸ ਤਰ੍ਹਾਂ ਦੀ ਹੁੰਦੀ ਆ, ਇੱਕ ਤਾਂ ਪ੍ਰਸ਼ਨਵਾਚਕ ਹੁੰਦੀ ਆ, ਦੂਸਰਾ ਇਹਦੇ 'ਚ ਨਹੀਂ ਯੂਜ਼ ਕੀਤਾ ਹੁੰਦਾ। ਜਿਵੇਂ ਆਪਾਂ ਪੰਜਾਬੀ 'ਚ ਅਕਸਰ ਹੀ ਜ਼ਿਆਦਾਤਰ ਲੋਕ ਇੱਦਾਂ ਪੁੱਛਦੇ ਆ ਇੱਕ ਦੂਸਰੇ ਨੂੰ ਕਿ ਚਾਹ ਤਾਂ ਨਹੀਂ ਪੀਣੀ, ਤੂੰ ਕਿਤੇ ਜਾਣਾ ਤਾਂ ਨਹੀਂ, ਤੁਸੀਂ ਇੱਦਾਂ ਤਾਂ ਨਹੀਂ ਕਰਨਾ। ਜ਼ਿਆਦਾਤਰ ਨਹੀਂ ਦੇ ਵਿੱਚ ਹੀ ਪੰਜਾਬੀ ਕੁਐਸਚਨ ਪੁੱਛਦੇ ਹੈਗੇ, ਤੇ ਉਸੇ ਤਰੀਕੇ ਨਾਲ ਇਹ ਨਹੀਂ ਦੇ ਵਿੱਚ ਹੈ ਸਾਰੇ ਲਾਈਨਸ ਜਿਹੜੀਆਂ ਆਪਾਂ ਪਹਿਲਾਂ ਯੂਜ਼ ਕੀਤੀਆਂ ਸੀ ਕਿ ਮੈਂ ਫੁੱਟਬਾਲ ਨਹੀਂ ਖੇਡਦਾ ਹਾਂ। ਹੁਣ ਕੀ ਕਰਨਾ ਹੈ, ਡੂ ਤਾਂ ਉਸੇ ਤਰੀਕੇ ਨਾਲ ਲਾਉਣਾ, ਫਿਰ ਸਬਜੈਕਟ ਲਾਉਣਾ, ਫਿਰ ਨਾਟ ਲਾਉਣਾ, ਫਿਰ ਵਰਬ ਦੀ ਫਸਟ ਫਾਰਮ ਤੇ ਲਾਸਟ ਦੇ ਵਿੱਚ ਓਬਜੈਕਟ ਹੈ। ਪਹਿਲਾਂ ਸੀਗਾ ਡੂ ਆਈ ਪਲੇ ਫੁੱਟਬਾਲ, ਹੁਣ ਕੀ ਹੈ, ਡੂ ਆਈ ਨਾਟ ਪਲੇ ਫੁੱਟਬਾਲ। ਨਾਟ ਐਡ ਕਰ ਦੇਣਾ ਸਬਜੈਕਟ ਤੋਂ ਬਾਅਦ, ਸਬਜੈਕਟ ਤੋਂ ਪਹਿਲਾਂ ਨਾਟ ਨਹੀਂ ਲਾਉਣਾ। ਕੁਛ ਲੋਕ ਡੂ ਡਜ਼ ਨਾਲ ਹੀ ਨਾਟ ਲਾ ਦਿੰਦੇ ਹੈਗੇ, ਪਰ ਉਹ ਉਸ ਤਰੀਕੇ ਨਾਲ ਗ੍ਰਾਮੈਟਿਕਲੀ ਐਰਰ ਹੋ ਜਾਂਦਾ ਹੈਗਾ, ਇਸ ਕਰਕੇ ਸਬਜੈਕਟ ਤੋਂ ਬਾਅਦ ਹੀ ਲਾਉਣਾ। ਜਿਵੇਂ ਕਿ ਅਗਲੀਆਂ ਲਾਈਨਸ ਦੇ ਵਿੱਚ ਵੀ ਵੇਖ ਲਓ, ਡੂ ਵੀ
not record videos, do I not write a letter, does। ਹੁਣ ਇੱਥੇ does यूज़ ਹੋਇਆਗਾ ਲਾਸਟ ਵਾਲੇ ਵਿੱਚ ਵੀ ਤੇ ਸੈਕਿੰਡ ਲਾਸਟ ਵਾਲੇ ਵਿੱਚ ਵੀ। ਕਿਉਂ ਯੂਜ਼ ਹੋਇਆ? ਕਿਉਂਕਿ ਇਹਦੇ 'ਚ ਹੀ ਐਂਡ ਸ਼ੀ ਯੂਜ਼ ਹੋਇਆ ਐਜ਼ ਅ ਸਬਜੈਕਟ। ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਜਦੋਂ ਵੀ ਸਬਜੈਕਟ 'ਚ ਥਰਡ ਪਰਸਨ ਹੋਊਗਾ ਉਦੋਂ ਅਸੀਂ ਡੂ ਦੀ ਜਗ੍ਹਾ 'ਤੇ ਡਜ਼ ਯੂਜ਼ ਕਰਾਂਗੇ, ਮਤਲਬ ਕਿ ਡੂ ਦੇ ਨਾਲ ਈਐਸ ਵੀ ਐਡ ਕਰ ਦਿਆਂਗੇ। ਡਜ਼ ਹੀ ਨਾਟ ਸਿੰਗ ਅ ਸੌਂਗ, ਕੀ ਉਹ ਗੀਤ ਨਹੀਂ ਗਾਉਂਦਾ ਹੈ? ਕੀ ਉਹ ਪੰਜਾਬੀ ਫਿਲਮ ਨਹੀਂ ਦੇਖਦੀ ਹੈ? ਤਾਂ ਇਹਦੀ ਲਾਈਨ ਬਣੂਗੀ ਡਜ਼ ਸ਼ੀ ਨਾਟ ਵਾਚ ਅ ਪੰਜਾਬੀ ਮੂਵੀ। ਹੁਣ ਆਪਾਂ ਜੋ ਵੀ ਸਿੱਖਿਆ ਉਹਦੇ 'ਤੇ ਇੱਕ ਰੀਕੈਪ ਕਰ ਲੈਂਦੇ ਹਾਂ, ਕਿਉਂਕਿ ਓਵਰਆਲ ਆਪਾਂ ਜੋ ਵੀ ਸਿੱਖਿਆ ਇੱਕ ਪੇਜ 'ਤੇ ਦੇਖ ਲੈਂਦੇ ਹਾਂ। ਟੈਂਸਿਸ ਆਰ ਆਫ 3 ਟਾਈਪਸ। ਟੈਂਸਿਸ ਦੇ ਜਿਹੜੇ 3 ਟਾਈਪ ਸੀਗੇ, ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ। ਮਤਲਬ ਕਿ ਵਰਤਮਾਨ, ਭੂਤਕਾਲ ਤੇ ਭਵਿੱਖ। ਆਪਾਂ ਪ੍ਰੈਜ਼ੈਂਟ ਦਾ ਇੰਡੈਫੀਨੇਟ ਕੀਤਾ, ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹਨਾਂ ਦੇ 4 ਅੱਗੇ ਪਾਰਟ ਹੁੰਦੇ ਆ। ਆਪਾਂ ਪ੍ਰੈਜ਼ੈਂਟ ਦਾ ਪਹਿਲਾ ਪਾਰਟ ਕਰ ਰਹੇ ਸੀਗੇ, ਜਿਹਦੇ 'ਚ ਆਪਾਂ ਸਿੱਖਿਆ ਕਿ ਉਹਦੀ ਪਹਿਚਾਣ ਕੀ ਹੁੰਦੀ ਆ, ਉਹਦਾ ਰੂਲ ਕੀ ਹੁੰਦਾ, ਉਹਨੂੰ ਅਪਲਾਈ ਕਿਵੇਂ ਕਰਦੇ ਆ। ਪਹਿਚਾਣ ਸੀ ਲਾਸਟ ਤੋਂ ਪਤਾ ਲੱਗਦਾ ਹੈਗਾ, ਦਾ ਹੈ, ਦੀ ਹੈ, ਦੇ ਹਨ, ਦਾ ਹਾਂ, ਦੀ ਹਾਂ। ਤੇ ਰੂਲ ਕੀ ਹੈ ਇਹਦਾ? ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ, SES ਪਲੱਸ ਓਬਜੈਕਟ। ਉਸ ਤੋਂ ਬਾਅਦ ਨੈਗੇਟਿਵ ਦਾ ਰੂਲ ਹੈ ਸਬਜੈਕਟ ਪਲੱਸ ਡੂ, ਡਜ਼ ਪਲੱਸ ਨਾਟ ਪਲੱਸ ਵਰਬ ਦੀ ਫਸਟ ਫਾਰਮ ਤੇ ਓਬਜੈਕਟ। ਡੂ ਤੇ ਡਜ਼ ਵਿੱਚੋਂ ਅਸੀਂ ਇੱਕ ਯੂਜ਼ ਕਰਨਾ ਹੈ। ਪੋਜ਼ੀਟਿਵ ਇੰਟੈਰੋਗੇਟਿਵ ਦੇ ਵਿੱਚ ਡੂ ਔਰ ਡਜ਼ ਪਲੱਸ ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਤੇ ਲਾਸਟ ਦੇ ਵਿੱਚ ਓਬਜੈਕਟ। ਨੈਗੇਟਿਵ ਇੰਟੈਰੋਗੇਟਿਵ ਦੇ ਵਿੱਚ ਡੂ ਔਰ ਡਜ਼ ਪਲੱਸ ਸਬਜੈਕਟ ਪਲੱਸ ਨਾਟ ਪਲੱਸ ਵਰਬ ਦੀ ਫਸਟ ਫਾਰਮ ਐਂਡ ਲਾਸਟ 'ਤੇ ਅਸੀਂ ਓਬਜੈਕਟ ਵਰਡ ਯੂਜ਼ ਕਰਨਾ ਹੈ। ਓਬਜੈਕਟ ਇੱਕ ਟਰਮ ਹੈ, ਇਹ ਸਾਰੀਆਂ ਇੱਕ ਟਰਮਸ ਹੈ ਜੋ ਅਸੀਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਡਿਸਕਸ ਕੀਤੀਆਂ ਸੀ ਕਿ ਕਿਹੜੀਆਂ ਇੰਗਲਿਸ਼ ਦੀਆਂ ਟਰਮਸ ਗ੍ਰਾਮਰ ਦੇ ਵਿੱਚ ਸਿਖਾਉਣ ਵੇਲੇ ਯੂਜ਼ ਹੁੰਦੀਆਂ। ਸੋ ਜਿਹਨੇ ਵੀ ਸਾਡੀ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ 'ਤੇ ਕਲਿੱਕ ਕਰਕੇ ਦੇਖ ਸਕਦਾ ਹੈਗਾ। ਅਗਰ ਕਿਸੇ ਦੀ ਵੀ ਕੋਈ ਵੀ ਕੁਐਰੀ ਹੈ ਜਾਂ ਕੋਈ ਵੀ ਡਾਊਟ ਹੈ, ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ, ਆਪਣੇ ਡਾਊਟ ਨੂੰ ਕਲੀਅਰ ਕਰ ਸਕਦਾ। ਅਸੀਂ ਹਰ ਇੱਕ ਦਾ ਕੋਈ ਵੀ ਕੁਐਰੀ ਹੈ ਜਾਂ ਕੋਈ ਡਾਊਟ ਹੈ ਉਹਨੂੰ ਕਲੀਅਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਗਲੀ ਵੀਡੀਓ 'ਚ ਅਸੀਂ ਟੈਂਸਿਸ ਦੇ ਅਗਲੇ ਪਾਰਟਸ ਨੂੰ ਲੈ ਕੇ ਡਿਸਕਸ ਕਰਾਂਗੇ। ਸੋ ਤਦ ਤੱਕ ਲਈ ਸਤਿ ਸ਼੍ਰੀ ਅਕਾਲ।